अस्सलाम वालेकुम नाजरीन। मैं जी मोहम्मद फैसल शरीफ अज तहसील अहमदपुर सियाल डिस्ट्रिक्ट जंग दे इलाका गढ़ महराजा और गढ़ महराजा के एक मौजा अनैत शाह के एक जिमीदार नाल मुलाकात की। जिमीदार का नाम चौधरी मोहम्मद नवाज। ये मौजा अनैत शाह च अपना जिमीदारा करता है और तकरीबन 100 एकड़ का जिमीदार है। तो जिमीदार डिफरेंट क्रॉप सोइंग करता है। वो को मेजर क्रॉप शुगर केन है। शुगर केन तो इलावा ये वीट लगाते हैं, राइस की फसल भी लगाते हैं और इस तो इलावा इन्होंने जानवर भी रखे हुए हैं, कोई गाय भैंसें भी रखी हुई हैं। तो इन्हों की प्रोडक्शन हमेशा गन्ने की बहुत अच्छी होती है। प्रोग्रेसिव फार्मर ने। तो अज इन्हों को पुछते हैं कि इन्हों की कामयाबी का राज इन्हों की जबानी सुनते हैं। जी सर, तुहाडे कोल किन्ना क रकबा टोटल? 100 एकड़ रकबा। तो वो 100 एकड़ दे विच किहड़ी-किहड़ियां फसलां लाईयां होईयां ने? 50 एकड़ गन्ना है। हाँ जी। बाकी गंदम दे उत्ते फिर मुंजी। गंदम तो बाद फिर मुंजी ला लई है। तो इस साल 50 एकड़ गन्ना सी 50 एकड़। ते अज 9 फरवरी। तो किन्ना गन्ने की हारवैसटिंग कर लई है? ਅਸੀਂ तकरीबन 10 एकड़ तो सितंबर ही सीड दे छुड़िया है अपना शुगर मिल ਨੂੰ। शुगर मिल ਨੂੰ। ਤੇ ਉਸ ਤੋਂ ਬਾਅਦ ਅਸਾਂ 25 एकड़ हार्वेस्टिंग कर ਲਈ। समझे 35 एकड़ की हारवैसटिंग हो गई है। ਬਾਕੀ 15 एकड़ है। ਜਿਹੜਾ 10 एकड़ ਤੁਸੀਂ ਮਿਲ ਨੂੰ ਗੰਨਾ ਦਿੱਤਾ ਹੈ ਹਾਂਜੀ, ਉਹਦੀ ਐਵਰੇਜ ਕਿੰਨੀ ਆਈ ਹੈ? ਉਹਦੀ ਆਈ ਹੈ ਜੀ 1500 ਮਣ। 1500 ਮਣ। ਬੜੀ ਅੱਛੀ ਪ੍ਰੋਡਕਸ਼ਨ ਹੈ। ਉਹ ਕਿਹੜੀ ਵੈਰਾਈਟੀ ਸੀ? 133 237। 237। ਤੇ ਮਿਲ ਤੋਂ ਇਲਾਵਾ ਜਿਹੜਾ ਤੁਸੀਂ ਹੁਣ ਕ੍ਰਸ਼ਿੰਗ ਵਾਸਤੇ ਦਿੱਤਾ, ਸ਼ੂਗਰ ਮਿਲਾਂ ਨੂੰ ਗੰਨਾ ਸਪਲਾਈ ਕੀਤਾ, ਉਹ 25 ਕਿੱਲੇ, ਉਹਨਾਂ ਦੀ ਐਵਰੇਜ ਕਿੰਨੀ ਕੁ ਆ ਰਹੀ ਹੈ? तकरीबन 12-1300 मण। 12-1300 ਮਣ ਆ ਰਹੀ ਹੈ। ਬੜੀ ਅੱਛੀ ਪੈਦਾਵਾਰ ਹੈ। ਕਿਉਂਕਿ ਅਗਰ ਬਹੁਤ ਸਾਰੇ ਜ਼ਿਮੀਦਾਰ ਨੇ ਉਹ 500-600 ਮਣ, ਮੋਸਟ ਜ਼ਿਆਦਾ 500-600 ਮਣ ਦੀ ਪ੍ਰੋਡਕਸ਼ਨ ਲੈਂਦੇ ਨੇ। ਤੇ ਤੁਹਾਡੀ ਪ੍ਰੋਡਕਸ਼ਨ ਡਬਲ ਆ ਰਹੀ ਹੈ। ਤੇ ਤੁਸੀਂ ਐਸੇ ਕਿਹੜੇ ਕੰਮ ਕਰਦੇ ਹੋ ਜਿਹਦੀ ਵਜ੍ਹਾ ਤੋਂ ਪੈਦਾਵਾਰ ਤੁਹਾਡੀ ਬਹੁਤ ਅੱਛੀ ਹੁੰਦੀ ਹੈ? ਉਹ ਕੁਝ ਐਸੇ ਜ਼ਿਮੀਦਾਰਾਂ ਨੂੰ ਪੈਗਾਮ ਦਿਓ ਕਿ ਜ਼ਿਮੀਦਾਰ ਵੀ ਉਹ ਕੰਮ ਕਰਨ ਤੇ ਉਹਨਾਂ ਦੀ ਪੈਦਾਵਾਰ ਵਧੇ। पहला काम तो है भाई रकबे की तैयारी सही करनी चाहिए। हाँ जी। लेवल करना चाहिए, बीज अच्छा पाना चाहिए, खादां का इस्तेमाल टाइम पे करना चाहिए। अच्छा, ਜ਼ਮੀਨ ਦੀ ਤਿਆਰੀ ਨੂੰ ਕਰਦੇ? ਜ਼ਮੀਨ ਦੀ ਤਿਆਰੀ ਦੇ ਵਿੱਚ ਤੁਸੀਂ ਕਦੀ ਗਹਿਰੇ ਹਲ ਵੀ ਚਲਾਏ ਨੇ? गहरे हाल ਜਿਹੜੇ सख्त रकबे ने उत्थे गहरे हाल चीजल वगैरह चला लेने। हाँ जी। ਜਿਹੜੇ दरियाई रकबे ने ਉਹਦੇ ਤੇ ਜ਼ਰੂਰਤ ਨਹੀਂ ਹੁੰਦੀ। अच्छा, ਤੁਹਾਡਾ ਰਕਬਾ ਦਰਿਆ ਚਨਾਬ ਦੇ ਬਿਲਕੁਲ ਨਜ਼ਦੀਕ ਹੈ? ਬਿਲਕੁਲ ਤਕਰੀਬਨ ਦਰਿਆ ਚਨਾਬ 2 ਕਿਲੋਮੀਟਰ 2 ਕਿਲੋਮੀਟਰ ਦਰਿਆ ਹੈ। ਤੇ ਤੁਹਾਡਾ ਸੋਰਸ ਆਫ ਇਰੀਗੇਸ਼ਨ ਨਹਿਰੀ ਪਾਣੀ ਹੈ ਜਾਂ ਦੂਸਰਾ ਟਿਊਬਵੈਲ ਹੈ? ਪਹਿਲੇ ਨਹਿਰੀ ਆਈ, ਹੁਣ ਬਣ ਗਿਆ, ਹੁਣ ਸਾਡਾ ਟਿਊਬਵੈਲ ਦਾ ਪਾਣੀ ਆਉਂਦਾ। ਅੱਛਾ, ਟਿਊਬਵੈਲ ਦਾ ਪਾਣੀ ਆ ਰਿਹਾ। ਟਿਊਬਵੈਲ ਦੇ ਪਾਣੀ ਵੀ ਅੱਛੇ ਹੋਣੇ, ਮਿੱਠੇ ਹੋਣੇ? ਮਿੱਠੇ ਨੇ ਸਾਡੇ, बेहतरीन ਪਾਣੀ ਨੇ, ਬਹੁਤ ਅੱਛਾ। ਅੱਛਾ ਚੌਧਰੀ ਸਾਹਿਬ, ਤੁਸੀਂ ਜ਼ਮੀਨ ਦੀ ਤਿਆਰੀ ਨਾਲ ਕੁਝ ਹੋਰ ਗੱਲ ਕਰਨਾ ਚਾਹੁੰਦੇ ਹੋਵੇ? ਜ਼ਮੀਨ ਆਪਣਾ ਗੰਨੇ ਦਾ ਬੀਜ ਜਿਹੜਾ ਉਹ ਜ਼ਮੀਨ ਦੀ ਤਿਆਰੀ ਪਹਿਲਾਂ ਡਿਸਕਸ ਕਰਦੇ ਹਾਂ। ਜ਼ਮੀਨ ਦੀ ਤਿਆਰੀ ਜਿਹੜੀ ਹੈ ਉਹ ਅੱਛੀ ਕਰਨੀ ਚਾਹੀਦੀ। ਹਾਂ, ਬੀਜ ਜਿਹੜਾ ਉਹ ਪੂਰਾ ਪਾਣਾ ਚਾਹੀਦਾ। ਤਕਰੀਬਨ ਅਸਾਂ 110 ਤੋਂ 15 ਮਣ ਫੀ ਏਕੜ ਬੀਜ ਪਾਣਾ। ਵੀ ਤੋਲ ਕੇ ਇਸਤੇਮਾਲ ਕਰਦੇ? ਤੋਲ ਕੇ ਕਰਨਾ। ਮਤਲਬ ਕਿ ਅੱਛੀ ਗੱਲ ਹੈ ਕਿ ਤੁਹਾਨੂੰ ਅੰਦਾਜ਼ਾ ਹੋ ਜਾਂਦਾ 100 ਮਣ 110 ਮਣ ਤੁਸੀਂ ਸੀਡ ਇਸਤੇਮਾਲ ਕਰਦੇ ਹੋ। ਅੱਛਾ। ਤੇ ਦੂਸਰੇ ਨੰਬਰ ਤੇ ਇਹ ਕਿ ਭਈ ਲੇਬਰਾਂ ਦੇ ਇੱਥੇ ਪ੍ਰੋਬਲਮ ਹੈ, ਉਹ ਪੂਰਾ ਗੰਨਾ ਲਾ ਦਿੰਦੇ ਨੇ। 80,000 ਰੁਪਇਆ ਵੱਧ ਪਾ ਕੇ ਛੋਟੀ ਕਰਾ ਕੇ ਉਹ ਅਸੀਂ ਬੀਜ ਪਵਾਉਂਦੇ। ਅੱਛਾ, ਇੱਕ ਤੁਸੀਂ ਇਹ ਕੰਮ ਕਰਦੇ ਹੋ ਕਿ ਜਿਹੜੇ ਲੇਬਰ ਵੱਡੀਆਂ ਟੋਟੀਆਂ ਲਾਉਂਦੇ ਹਨ, 4 ਤੋਂ 5 ਅੱਖਾਂ ਵਾਲੀਆਂ ਟੋਟੀਆਂ ਲਾਉਂਦੇ ਹੋ, ਤੁਸੀਂ ਇਹ ਕਹਿੰਦੇ ਵੀ ਅਸੀਂ 1000 ਰੁਪਇਆ ਵੱਧ ਦੇ ਦੇਈਦਾ ਲੇਬਰ ਨੂੰ, ਲੇਕਿਨ ਛੋਟੀ ਲਵਾਉਂਦੇ ਹੋ। ਅੱਛਾ, ਇਸ ਤੋਂ ਇਲਾਵਾ ਤੁਸੀਂ ਖਾਦਾਂ ਦਾ ਇਸਤੇਮਾਲ ਜਿਹੜਾ ਕਰਦੇ ਹੋ, ਉਹ ਕਿਹੜੀ ਖਾਦਾਂ ਇਸਤੇਮਾਲ ਕਰਦੇ ਆ? ਅਸਾਂ ਫਾਸਫੋਰਸ ਥੱਲੇ ਪਾਉਂਦੇ ਆ, DAP ਹੋ ਗਈ, ਆਪਣਾ ਪੋਟਾਸ਼ ਹੋ ਗਈ। ਹਾਂਜੀ। ਉਸ ਤੋਂ ਬਾਅਦ ਯੂਰੀਆ। ਤੇ ਪੋਟਾਸ਼ ਦਾ ਇਸਤੇਮਾਲ ਤੁਸੀਂ ਥੱਲੇ ਵੀ ਕਰਦੇ ਹੋ, ਬਾਅਦ ਵਿੱਚ ਵੀ ਕਰਦੇ ਹੋ? ਬਾਅਦ ਵਿੱਚ ਵੀ ਕਰਨੇ ਆ ਅਸੀਂ। ਬਾਅਦ ਵਿੱਚ ਕਦੋਂ ਕਰਦੇ ਹੋ? ਤਕਰੀਬਨ ਸਤੰਬਰ ਵਿੱਚ ਕਰਨਾ। ਅਗਸਤ ਆਖਰੀ ਜਿਹੜੀ ਇਹ ਪੋਟਾਸ਼ ਤੁਸੀਂ ਸਤੰਬਰ 'ਚ ਅਪਲਾਈ ਕਰਦੇ ਹੋ। ਤੇ ਜਿਹੜੀ ਯੂਰੀਆ ਖਾਦ ਕਦੋਂ ਤੱਕ ਇਸਤੇਮਾਲ ਕਰ ਲੈਂਦੇ ਹੋ? ਉਹ ਤਕਰੀਬਨ ਜੁਲਾਈ ਅਗਸਤ ਵਿੱਚ ਖਤਮ ਕਰ ਦਿੰਦੇ। ਜੁਲਾਈ ਅਗਸਤ ਵਿੱਚ ਖਤਮ ਕਰ ਦਿੰਦੇ ਆ। ਅੱਛਾ ਚੌਧਰੀ ਸਾਹਿਬ, ਤੁਸੀਂ DAP ਯੂਰੀਆ ਪੋਟਾਸ਼ ਤੋਂ ਇਲਾਵਾ ਵੀ ਕੋਈ ਖਾਦ ਦਾ ਚੀਜ਼ਾਂ ਇਸਤੇਮਾਲ ਕਰਦੇ ਹੋ? ਕਿਹੜੀ ਚੀਜ਼ ਇਸਤੇਮਾਲ ਕਰਦੇ ਹੋ? ਹਿਊਮਿਕ ਐਸਿਡ ਕਰਦੇ ਹੋ? ਜ਼ਿੰਕ ਕਰਦੇ ਹੋ? ਅੱਛਾ, ਇਹਨਾਂ ਤੋਂ ਇਲਾਵਾ ਵੀ ਕੋਈ ਚੀਜ਼ ਇਸਤੇਮਾਲ ਕਰਦੇ ਹੋ? ਬੈਕਟੀਰੀਆ ਇਸਤੇਮਾਲ ਕਰਨੇ। ਬੈਕਟੀਰੀਆ ਫਾਸਫੋਰਸ ਸੋਲੋਬਲਾਈਜ਼ਿੰਗ ਬੈਕਟੀਰੀਆ, ਉਹੀ ਬੈਕਟੀਰੀਆ ਇਸਤੇਮਾਲ ਕਰਦੇ ਹੋ। ਮਤਲਬ ਕਿ ਇੱਕ ਤੁਹਾਡੀ ਜਿਹੜੀ ਇਹ ਬੜੀ ਅੱਛੀ ਗੱਲਾਂ ਤੁਸੀਂ ਦੱਸੀਆਂ ਹਨ
ਕਿ ਖਾਦਾਂ ਦਾ ਬੈਲੈਂਸ ਇਸਤੇਮਾਲ ਕੀਤਾ, ਪੋਟਾਸ਼ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ, ਫਿਰ ਫਾਸਫੋਰਸ ਸੋਲੂਬਲਾਈਜ਼ਿੰਗ ਬੈਕਟੀਰੀਆ ਦਾ ਇਸਤੇਮਾਲ ਕਰਦੇ ਹੋ। ਇਹ ਤਾਂ ਬਹੁਤ ਅੱਛੀ ਚੀਜ਼ ਹੈ, ਕਿਉਂਕਿ ਜਿਹੜੀ ਫਾਸਫੋਰਸ ਜ਼ਮੀਨ ਜੰਮ ਜਾਂਦੀ ਹੈ, ਫਿਕਸ ਹੋ ਜਾਂਦੀ ਹੈ, ਉਹਨੂੰ ਹੱਲ ਕਰਕੇ ਪੌਦੇ ਨੂੰ ਦੇਣੇ ਦਾ ਕੰਮ ਫਾਸਫੋਰਸ ਸੋਲੂਬਲਾਈਜ਼ਿੰਗ ਬੈਕਟੀਰੀਆ ਕਰਦੇ ਨੇ। ਜੀ ਚੌਧਰੀ ਸਾਹਿਬ, ਇੱਕ ਗੰਨੇ ਦੀ ਗੱਲ ਹੋ ਗਈ। ਗੰਨੇ ਦੀ ਪੈਦਾਵਾਰ ਤੁਹਾਡੀ ਬਹੁਤ ਅੱਛੀ ਹੈ, ਤੇ ਇਸ ਤੋਂ ਇਲਾਵਾ ਤੁਹਾਡੀ ਗੰਦਮ ਦੀ ਪੈਦਾਵਾਰ ਕਿਤਨੀ ਕੁ ਆ ਜਾਂਦੀ? ਗੰਦਮ ਪਿਛਲੇ ਸਾਲ ਗੰਦਮ ਨੁਕਸਾਨ ਹੋਈ, ਯਾਲਾਬਾਰੀ ਦੀ ਵਜ੍ਹਾ ਤੋਂ ਨੁਕਸਾਨ ਵੀ ਹੋਈ, ਹਾਂਜੀ। ਲੇਕਿਨ ਸਾਡੀ ਜਿਹੜੀ ਗੰਦਮ ਹੈ ਉਹ 48 ਮਣ, ਇੱਕ ਖੂਹ ਤੇ 48 ਮਣ ਹੋਈ ਹੈ, ਦੂਸਰੀ ਤੇ 40 ਮਣ ਹੋਈ। ਦੂਸਰੇ ਤੇ 40 ਮਣ। ਪਿਛਲੇ ਸਾਲ ਤੇ ਕਿਉਂਕਿ ਆਲ ਓਵਰ ਦੀ ਪੰਜਾਬ 55 ਮਣ ਸਾਡੀ ਇਹ ਔਸਤ ਆ ਜਾਂਦੀ ਔਸਤ ਆ ਜਾਂਦੀ ਹੈ। ਪਿਛਲੇ ਸਾਲ ਤਾਂ ਵੇਖੋ ਆਲ ਓਵਰ ਦੀ ਪੰਜਾਬ 28-30 ਮਣ ਹੀ ਗੰਦਮ ਹੋਈ ਹੈ, ਕਿਉਂਕਿ ਬਾਰਿਸ਼ ਤੇ ਜ਼ਾਲਾਬਾਰੀ ਬੜੀ ਹੋ ਗਈ ਸੀ। ਲੇਕਿਨ ਸਾਡੀ ਫਿਰ ਵੀ ਤੁਹਾਡੀ 10-15 ਮਣ ਜ਼ਿਆਦਾ ਗੰਦਮ ਹੈ, ਤੇ ਆਮ ਰੂਟੀਨ 'ਚ 55-60 ਮਣ ਦੱਸਦੇ ਹੋ। ਉਹਦੇ ਵਿੱਚ ਕਿਹੜੇ ਐਸੇ ਕੰਮ ਕਰਦੇ ਹੋ? ਉਹਦੇ ਵਿੱਚ ਵੀ ਅਸਾਂ ਇੱਕ ਤਾਂ ਵੀ ਆਪਣਾ ਸਾਫ਼ ਕਰਕੇ ਕਾਸ਼ ਕਰਨਾ, ਹਾਂਜੀ, ਦਵਾਈ ਲਾ ਕੇ ਕਰਨਾ, ਦਵਾਈ ਲਾ ਕੇ ਕਰਦੇ ਹੋ। 50 ਤੋਂ 60 ਕਿਲੋ ਵੀ ਅਸੀਂ ਇਸਤੇਮਾਲ ਕਰਨਾ। ਹਾਂਜੀ, ਤੇ ਅਸਾਂ ਫਾਸਫੋਰਸ ਖਾਦ, ਨਾਈਟ੍ਰੋਜਨ ਦੇ ਨਾਲ ਅਸੀਂ ਪੋਟਾਸ਼ ਵੀ, ਇਸ ਟਾਈਮ ਕਣਕ ਗੋਬ ਤੇ ਆਂਦੀ ਹੈ 10 ਕਿਲੋ ਅਸੀਂ ਪੋਟਾਸ਼ ਵੀ ਇਸਤੇਮਾਲ ਕਰਦੇ, 10 ਕਿਲੋ ਨਾਈਟ੍ਰੋ ਪੋਟਾਸ਼ ਵੀ ਇਸਤੇਮਾਲ ਕਰਦੇ ਹੋ। ਅੱਛਾ, ਇਸ ਤੋਂ ਇਲਾਵਾ ਤੁਸੀਂ ਆ ਨਾ ਜਾਨਵਰ ਰੱਖੇ ਹੋਣ, ਭੈਂਸਾਂ ਰੱਖੀਆਂ ਹੋਈਆਂ ਨੇ, ਉਸ ਤੋਂ ਬਾਅਦ ਜਾਂ ਗਾਵਾਂ ਨਜ਼ਰ ਆ ਰਹੀਆਂ ਨੇ, ਇਹ ਕਿਤਨੇ ਜਾਨਵਰ ਰੱਖੇ ਹੋਏ ਤੁਸੀਂ? ਤਕਰੀਬਨ 25-26 ਜਾਨਵਰ ਹਨ। ਇਹ ਸਾਰੇ ਦੇਸੀ ਹੈ। ਅੱਛਾ, ਇਹ ਸਾਰੇ ਦੇਸੀ ਨੇ? ਹਾਂ, ਇਹ ਆਸਟ੍ਰੇਲੀਅਨ ਜਾਂ ਸਾਹੀਵਾਲ ਨਹੀਂ ਹੈ। ਹਾਂਜੀ, ਕਿਉਂਕਿ ਆਮ ਜ਼ਿਮੀਂਦਾਰ ਜਿਹੜਾ ਹੈ ਉਹ ਆਪਣਾ ਆਸਟ੍ਰੇਲੀਅਨ ਜਾਂ ਸਾਹੀਵਾਲ ਜਿਹੜਾ ਉਹਦੀ ਕੇਅਰ ਨਹੀਂ ਕਰ ਸਕਦਾ, ਉਹ ਅੱਛੀ ਸ਼ੈਡ ਹੋਣ ਤਾਂ ਉਹ ਆਸਟ੍ਰੇਲੀਅਨ ਜਾਨਵਰ ਰੱਖ ਸਕਦਾ। ਹਾਂਜੀ, ਅਸੀਂ ਤਾਂ ਜ਼ਿਮੀਂਦਾਰ ਨੂੰ ਛੋਟੇ ਨੂੰ ਮਸ਼ਵਰਾ ਦੇਵਾਂਗੇ ਕਿ ਭਈ ਦੇਸੀ ਜਾਨਵਰ ਰੱਖਣ। ਦੇਸੀ ਜਾਨਵਰ ਰੱਖਣ। ਸਾਡੇ ਕੋਲ ਹੁਣ ਤਕਰੀਬਨ 5 ਮੱਝਾਂ ਨੇ ਤੇ 2 ਗਾਂ ਨੇ, ਤਕਰੀਬਨ ਅਸਾਂ 35-40 ਕਿਲੋ ਦੁੱਧ ਵੀ ਦੇ ਲੈਂਦੇ, 35-40 ਲੀਟਰ ਦੁੱਧ ਵੀ ਦੇ ਲੈਂਦੇ। ਰੂੜੀ ਵੀ ਇਸਤੇਮਾਲ ਕਰ ਲੈਂਦੇ ਆ ਫਸਲਾਂ 'ਚ। ਰੂੜੀ ਵੀ ਇਸਤੇਮਾਲ ਹੋ ਗਈ, ਮਤਲਬ ਕਿ ਤੁਸੀਂ ਇਹ ਕਹਿੰਦੇ 25-30 ਲੀਟਰ ਦੁੱਧ ਵੀ ਸੇਲ ਕਰ ਲੈਂਦੇ, ਘਰ ਵੀ ਇਸਤੇਮਾਲ ਕਰ ਲੈਂਦੇ, ਉਸ ਬਾਅਦ 'ਚ ਰੂੜੀ ਜਿਹੜੀ ਹੈ ਉਹ ਵੀ ਇਸਤੇਮਾਲ ਕਰ ਲੈਂਦੇ, ਫਸਲਾਂ ਦੇ ਵਿੱਚ ਇਸਤੇਮਾਲ ਕਰ ਲੈਂਦੇ ਹੋ। ਠੀਕ ਹੈ, ਹੁਣ ਤੁਹਾਡੀ ਨਾ ਫਸਲ ਵੇਖਦੇ, ਗੰਨੇ ਦੀ ਫਸਲ ਵੇਖਦੇ ਆ, ਤੇ ਉਹ ਗੰਨੇ ਦੀ ਫਸਲ ਉੱਥੇ ਜਾ ਕੇ ਵੇਖਦੇ ਫਿਜ਼ੀਕਲੀ ਗੰਨੇ ਦੀ ਫਸਲ ਕੈਸੀ ਹੈ, ਜਿੱਥੇ ਹਾਰਵੈਸਟਿੰਗ ਹੋ ਰਹੀ ਹੈ। ਹਾਂਜੀ, ਫਿਰ ਜੀ ਹੁਣ ਚੌਧਰੀ ਨਵਾਜ਼ ਦਾ ਗੰਨਾ ਦੇਖ ਰਹੇ ਆ, ਜਿਹੜੀ ਡੇਰੇ ਤੇ ਬੈਠ ਕੇ ਗੱਲਾਂ ਹੋਈਆਂ ਸੀ, ਜਿਹੜਾ ਨੇ ਦੱਸਿਆ ਸੀ ਗੰਨਾ ਮੇਰਾ ਜੀ 1200-1300 ਮਣ ਹਾਰਵੈਸਟ ਪ੍ਰੋਡਕਸ਼ਨ ਆ ਰਹੀ ਹੈ, ਤਾਂ ਜਿਹੜਾ ਸਤੰਬਰ 'ਚ ਸੀਡ ਦਿੱਤਾ ਸੀਗਾ ਉਹ 1500 ਮਣ ਗੰਨਾ ਆ ਰਿਹਾ। ਇਹ ਹੁਣ ਉਹ 1500 ਮਣ ਜਿਹੜਾ ਗੰਨਾ ਨਿਕਲਿਆ ਉਹੀ ਗੰਨਾ ਦਿਖਾ ਰਿਹਾ ਜੀ। ਚੌਧਰੀ ਸਾਹਿਬ ਗੰਨਾ ਦਿਖਾਓ ਤਾਂ ਤੁਸੀਂ। ਇਹ ਗੰਨਾ ਜੀ, ਗੰਨੇ ਨੂੰ ਦੂਸਰੇ ਤਰ੍ਹਾਂ ਕਰਕੇ ਦਿਖਾ, ਗੰਨੇ ਦੀ ਲੈਂਥ ਦੇਖ ਸਕਦੇ ਹੋ। ਗੰਨਾ ਤਕਰੀਬਨ 15 ਫੁੱਟ ਲੰਬਾ ਗੰਨਾ ਹੈ, ਵਿਦਆਊਟ ਟਾਪ ਐਂਡ ਟਰੈਸ਼। ਹੁਣ ਤੁਸੀਂ ਜ਼ਿਮੀਂਦਾਰਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਆਖਰੀ 1-2 ਪੁਆਇੰਟ ਜਿਹਦੀ ਵਜ੍ਹਾ ਤੋਂ ਤੁਹਾਡੀ ਪ੍ਰੋਡਕਸ਼ਨ ਜ਼ਿਆਦਾ ਆਉਂਦੀ ਹੈ? ਅਸੀਂ ਜ਼ਿਮੀਂਦਾਰਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ 2 ਅੱਖਾਂ ਵਾਲੀ ਟੋਟੀ ਲਾਉਣੀ ਚਾਹੀਦੀ ਹੈ। ਹਾਂਜੀ, ਲੇਬਰ ਦੇ ਉੱਤੇ ਖਲੋ ਕੇ ਕੰਮ ਕਰਾਉਣਾ ਚਾਹੀਦਾ ਹੈ। ਮਤਲਬ ਕਿ ਤੁਸੀਂ ਲੇਬਰ ਆਮ ਰੂਟੀਨ ਤੇ 2 ਅੱਖਾਂ ਵਾਲੀ ਲਾਉਂਦੀ ਨਹੀਂ, ਤੁਸੀਂ ਕਿ ਅਸੀਂ 1000 ਰੁਪਇਆ ਵੱਧ ਦੇ ਕੇ ਲਵਾ ਲੈਂਦੇ ਹਾਂ। 1000 ਰੁਪਇਆ ਵੱਧ ਦੇ ਕੇ ਤੁਸੀਂ 2 ਅੱਖਾਂ ਵਾਲੀ ਟੋਟੀਆਂ ਲਵਾ ਲੈਂਦੇ ਹੋ, ਜਿਹਦੀ ਵਜ੍ਹਾ ਤੋਂ ਤੁਹਾਡਾ ਗੰਨਾ ਬਹੁਤ ਅੱਛਾ ਹੈ। ਇਹ ਬੜੀ ਅੱਛੀ ਗੱਲ ਹੈ। ਮਤਲਬ ਕਿ ਜ਼ਿਮੀਂਦਾਰਾਂ ਨੂੰ ਵੀ ਇਹੀ ਪੈਗਾਮ ਦਿੰਦੇ ਹੋ ਕਿ 2 ਅੱਖਾਂ ਵਾਲੇ ਗੰਨਾ ਲਾਉਣਾ ਚਾਹੀਦਾ ਹੈ। ਤੇ ਜੀ ਚੌਧਰੀ ਸਾਹਿਬ, ਅਗਰ 2 ਅੱਖਾਂ ਵਾਲਾ ਗੰਨਾ ਲਾਇਆ ਜਾਵੇ, ਟੋਟੀ ਲਾਈ ਜਾਵੇ, ਤੇ ਤੁਹਾਡੇ ਮੁਤਾਬਕ ਕਿੰਨੀ ਕੁ ਪੈਦਾਵਾਰ ਵੱਧ ਜਾਏਗੀ? ਤਕਰੀਬਨ 200 ਮਣ ਫੀ ਏਕੜ ਪੈਦਾਵਾਰ ਵੱਧ ਸਕਦੀ ਹੈ। ਦੇਖੋ ਕਿ ਬੜਾ ਅੱਛਾ ਪੁਆਇੰਟ ਦੱਸਿਆ ਇਹਨਾਂ ਨੇ ਕਿ ਸਿਰਫ ਗੰਨੇ ਨੂੰ 2 ਅੱਖਾਂ ਵਾਲੀ ਟੋਟੀ ਲਾਣੇ ਨਾਲ 200 ਮਣ ਗੰਨਾ ਵੱਧ ਸਕਦਾ। ਇਹ ਜ਼ਿਮੀਂਦਾਰ ਦੇਖੋ 1000-1500 ਰੁਪਏ ਵਾਧੂ ਦਿੰਦੇ ਨੇ ਲੇਬਰ ਨੂੰ ਕਿ ਉਹ ਲੇਬਰ ਛੋਟੀਆਂ ਅੱਖਾਂ ਵਾਲਾ 2 ਅੱਖਾਂ ਵਾਲਾ ਗੰਨਾ ਲਾਉਣ, ਛੋਟੀਆਂ ਟੋਟੀਆਂ ਲਾਉਣ। ਠੀਕ ਹੋ ਗਿਆ ਚੌਧਰੀ ਸਾਹਿਬ, ਬੜਾ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ, ਆਪਣੇ ਮਫੀਦ ਮਸ਼ਵਰੇ ਦਿੱਤੇ, ਗੰਨੇ ਦੀ ਪ੍ਰੋਡਕਸ਼ਨ ਦੇ ਹਵਾਲੇ ਨਾਲ ਬਹੁਤ ਅੱਛੀਆਂ ਗੱਲਾਂ ਸਾਨੂੰ ਦੱਸੀਆਂ, ਤੇ ਇਨਸ਼ਾਅੱਲਾ ਨੈਕਸਟ ਟਾਈਮ ਵੀ ਸਾਡਾ ਚੱਕਰ ਤੁਹਾਡੇ ਕੋਲ ਲੱਗਦਾ ਰਹੇਗਾ ਇਨਸ਼ਾਅੱਲਾ, ਤੇ ਤੁਹਾਡੇ ਕੋਲੋਂ ਅਸੀਂ ਅੱਛੀਆਂ ਗੱਲਾਂ ਜਾਣਦੇ ਰਹਾਂਗੇ। ਠੀਕ ਸਰ, ਬੜੀ ਮਿਹਰਬਾਨੀ, ਸ਼ੁਕਰੀਆ।